ਕਲਕੀ ਅਵਤਾਰ ਦੇ ਬਾਰੇ 'ਚ ਪਰਮ ਸ਼ਾਂਤੀ। ਕਲਕੀ ਅਵਤਾਰ ਦੇ ਬਾਰੇ 'ਚ ਜਿਸ ਮਨ ਰੂਪੀ ਘੋੜੇ ਦੀ ਗੱਲ ਦੱਸੀ ਗਈ ਹੈ ਉਹ ਇੱਕ ਸਿੰਬੋਲਿਕ ਮਤਲਬ ਪ੍ਰਤੀਕਾਤਮਕ ਗੱਲ ਹੈ। ਭਗਵਾਨ ਕਲਕੀ ਅਵਤਾਰ ਮਤਲਬ ਸਰਵ ਸ਼ਕਤੀਮਾਨ ਪਰਮਾਤਮਾ ਯਾਨੀ ਆਲਮਾਈਟੀ ਅਥਾਰਟੀ ਦੇ ਮਨ ਰੂਪੀ ਬੁੱਧ ਦਾ ਜੋ ਘੋੜਾ ਹੈ ਉਹ ਇੱਕਦਮ ਚਿੱਟਾ ਘੋੜਾ ਹੈ। ਮਤਲਬ ਉਸ ਦੀ ਬੁੱਧ ਜਾਂ ਵਿਚਾਰ ਇੱਕਦਮ ਨਿਰਮਲ ਅਤੇ ਪਵਿੱਤਰ ਹੁੰਦੇ ਹਨ। ਮਤਲਬ ਉਸ ਦੀ ਬੁੱਧ ਅਤੇ ਮਨ 'ਤੇ ਸਿਰਫ ਪਰਮ ਗਿਆਨ ਜਾਂ ਸੰਪੂਰਨ ਪਵਿੱਤਰ ਗਿਆਨ ਹੀ ਹੁੰਦਾ ਹੈ। ਵੇਖਣ 'ਤੇ ਉਹ ਇੱਕ ਸਾਧਾਰਨ ਮਨੁੱਖ ਹੀ ਹੁੰਦਾ ਹੈ, ਪਰ ਉਸ ਦੀ ਬੁੱਧ ਤੇ ਵਿਚਾਰਾਂ 'ਤੇ ਸਿਰਫ ਸੰਪੂਰਨ ਸੱਚਾ ਗਿਆਨ ਹੀ ਹੁੰਦਾ ਹੈ। ਇਸ ਲਈ ਉਸ ਦਾ ਘੋੜਾ ਚਿੱਟੇ ਜਾਂ ਵਾਈਟ ਰੰਗ ਦਾ ਹੀ ਦੱਸਿਆ ਗਿਆ ਹੈ। ਉਸ ਦੇ ਵਿਚਾਰਾਂ ਰੂਪੀ ਬੁੱਧ ਵਿੱਚ ਸਿਰਫ ਸਰਬੱਤ ਦਾ ਭਲਾ, ਪੂਰੇ ਸੰਸਾਰ ਦਾ ਭਲਾ, ਸਮੁੱਚੀ ਲੋਕਾਈ ਦਾ ਭਲਾ ਅਤੇ ਸੰਸਾਰ ਨੂੰ ਬਦਲਣ ਦੇ ਹੀ ਵਿਚਾਰ ਹੁੰਦੇ ਹਨ, ਲੋਕਾਂ ਨੂੰ ਜਾਂ ਮਨੁੱਖਤਾ ਨੂੰ ਸਜ਼ਾ ਦੇਣ ਦੇ ਨਹੀਂ। ਚਿੱਟੇ ਜਾਂ ਸਫੇਦ ਦਾ ਪ੍ਰਤੀਕ ਮਤਲਬ ਲੋਕਾਂ ਨੂੰ ਮਾਫ ਕਰ ਦੇਣਾ। ਜੋ ਲੋਕੀ ਜਾਂ ਆਤਮਾਵਾਂ ਪਰੇਸ਼ਾਨ ਹਨ ਉਹਨਾਂ ਸਾਰੀਆਂ ਆਤਮਾਵਾਂ ਨੂੰ ਮਾਫ ਕਰਕੇ ਮੁਕਤੀ ਅਤੇ ਜੀਵਨ ਮੁਕਤੀ ਦੇਣਾ ਹੈ। ਸੰਪੂਰਨ ਗਿਆਨ ਜਾਂ ਪਰਮ ਗਿਆਨ ਦਾ ਮਤਲਬ ਹੁੰਦਾ ਹੈ ਕਿ ਯੋਗ ਬਲ ਜਾਂ ਸ਼ਕਤੀ ਦੇ ਰਾਹੀਂ ਬੁੱਧ ਰੂਪੀ ਸਾਰੀਆਂ ਆਤਮਾਵਾਂ ਨੂੰ ਉਹਨਾਂ ਦੇ ਮਨ ਨੂੰ ਪਰਮ ਗਿਆਨ ਜਾਂ ਸੰਪੂਰਨ ਗਿਆਨ ਦੇ ਕੇ ਸ਼ਾਂਤ ਕਰਨਾ ਹੈ। ਉਹਨਾਂ ਸਾਰੀਆਂ ਦੀ ਆਤਮਾਵਾਂ ਨੂੰ ਸ਼ਾਂਤ ਕਰਕੇ ਮੁਕਤੀ ਅਤੇ ਜੀਵਨ ਮੁਕਤੀ ਦੇਣਾ ਹੈ। ਇਹ ਸਿੰਬੋਲਿਕ ਜਾਂ ਪ੍ਰਤੀਕ ਰੂਪੀ ਗੱਲਾਂ ਹਨ। ਚਿੱਟੇ ਦਾ ਮਤਲਬ ਹੈ ਸਭ ਨੂੰ ਪਰਮ ਸੁੱਖ, ਪਰਮ ਸ਼ਾਂਤੀ ਦੇਣਾ। ਚਿੱਟੇ ਦਾ ਮਤਲਬ ਹੈ ਇੱਕਦਮ ਸ਼ੁੱਧ ਪਵਿੱਤਰ ਸ਼ਾਂਤੀ ਦੇਣਾ। ਇਹ ਚਿੱਟੇ ਰੰਗ ਦੀ ਨਿਸ਼ਾਨੀ ਹੈ। ਭਗਵਾਨ ਕਲਕੀ ਅਵਤਾਰ ਜੋ ਦੱਸਿਆ ਹੈ ਉਹਨਾਂ ਦੀ ਸਵਾਰੀ ਚਿੱਟਾ ਘੋੜਾ ਦੱਸੀ ਹੈ। ਚਿੱਟੇ ਘੋੜੇ ਦਾ ਮਤਲਬ ਭਗਵਾਨ ਦੀ ਬੁੱਧ ਨਿਰਮਲ ਅਤੇ ਪਰਮ ਪਵਿੱਤਰ ਹੈ। ਚਿੱਟੇ ਘੋੜੇ ਦੀ ਗੱਲ ਇੱਥੇ ਇੱਕ ਪ੍ਰਤੀਕਾਤਮਕ ਗੱਲ ਹੈ। ਉਸ ਦਾ ਮਤਲਬ ਹੈ ਕਿ ਭਗਵਾਨ ਕੋਲ ਪਰਮ ਗਿਆਨ ਹੀ ਹੋਏਗਾ। ਪਰਮ ਗਿਆਨ ਮਤਲਬ ਪਰਮ ਗਿਆਨ ਪਰਮਾਤਮਾ ਦੇ ਬੁੱਧ ਰੂਪੀ ਘੋੜੇ 'ਚ ਹੋਏਗਾ। ਉਸ ਦੇ ਪ੍ਰਤੀਕਾਤਮਕ ਹੱਥ ਜਾਂ ਸਿੰਬੋਲਿਕ ਹੱਥ ਵਿੱਚ ਪਰਮ ਗਿਆਨ ਰੂਪੀ ਕਿਰਪਾਨ ਹੈ। ਸੰਸਾਰ ਜਾਂ ਸ੍ਰਿਸ਼ਟੀ ਦੀ ਸਾਰੀਆਂ ਆਤਮਾਵਾਂ ਉਹ ਭਾਵੇਂ ਧਰਤੀ ਵਿੱਚ ਧਰਤੀ ਦੀਆਂ ਸਾਰੀਆਂ ਮਨੁੱਖ ਆਤਮਾਵਾਂ ਹੋਣ, ਸਥੂਲ ਜਾਂ ਪਦਾਰਥ ਜਗਤ 'ਚ ਹੋਣ, ਸੂਖਮ ਜਗਤ 'ਚ ਹੋਣ, ਸਾਰੀਆਂ ਆਤਮਾਵਾਂ ਵਿੱਚ ਉਹ ਪਰਮ ਗਿਆਨ ਦੇ ਰਾਹੀਂ ਪਰਿਵਰਤਨ ਜਾਂ ਬਦਲਾਅ ਕਰੇਗਾ ਤੇ ਪਰਮ ਗਿਆਨ ਹੀ ਦੇਗਾ। ਪਰਮ ਗਿਆਨ ਦੇ ਕੇ ਉਹ ਸਾਰੀਆਂ ਆਤਮਾਵਾਂ ਨੂੰ ਆਪਣੇ ਆਪ ਨੂੰ ਵੇਖਣ ਯਾਨੀ ਜਜਮੈਂਟ ਕਰਨ ਲਈ ਕਹੇਗਾ ਤੇ ਫਿਰ ਸਾਰੀਆਂ ਆਤਮਾਵਾਂ ਆਪਣਾ ਆਪਣਾ ਜਜਮੈਂਟ ਕਰਨਗੀਆਂ ਅਤੇ ਵੇਖਣਗੀਆਂ ਕਿ ਉਹ ਕਿਸ ਕੈਟਾਗਰੀ ਜਾਂ ਸ਼੍ਰੇਣੀ ਦੀ ਹੈ। ਗਿਆਨ ਤੋਂ ਹੀ ਸਾਰੀਆਂ ਆਤਮਾਵਾਂ ਆਪਣੇ ਆਪ ਨੂੰ ਜਾਣੂ ਹੋਣਗੀਆਂ। ਤੇ ਇੱਥੇ ਗਿਆਨ ਰੂਪੀ ਕਿਰਪਾਨ ਦੀ ਗੱਲ ਹੈ ਜਿਸ ਦਾ ਮਤਲਬ ਆਲਮਾਈਟੀ ਦਾ ਬੁੱਧ ਰੂਪੀ ਚਿੱਟਾ ਘੋੜਾ ਹੈ। ਇਸ ਲਈ ਭਗਵਾਨ ਕਲਕੀ ਅਵਤਾਰ ਦੀ ਸਵਾਰੀ ਚਿੱਟਾ ਘੋੜਾ ਦੱਸੀ ਗਈ ਹੈ ਤੇ ਹੱਥ 'ਚ ਕਿਰਪਾਨ ਵੀ ਦਿਖਾਈ ਗਈ ਹੈ। ਉਹ ਬੇਹੱਦ ਦੀਆਂ ਆਤਮਾਵਾਂ ਨੂੰ ਪਰਮ ਗਿਆਨ ਅਤੇ ਪਰਮ ਲਾਈਟ ਦੇ ਕੇ ਕਰਵਾਏਗਾ। ਜੋ ਅੱਜ ਚਾਰੇ ਪਾਸੇ ਹਿੰਦੂ ਲੋਕ ਕਲਕੀ ਅਵਤਾਰ ਦੇ ਬਾਰੇ ਤੇ ਸੋਚ ਰਹੇ ਹਨ ਕਿ ਕਲਕੀ ਅਵਤਾਰ ਕੌਣ ਹੋਏਗਾ, ਕਿੱਦਾਂ ਦਾ ਹੋਏਗਾ ਤੇ ਕੀ ਉਹ ਸਾਧਾਰਨ ਮਨੁੱਖ ਅਵਤਾਰ ਤੇ ਹੋਏਗਾ ਤੇ ਉਸ ਨੂੰ ਅਸੀਂ ਕਿਸ ਤਰ੍ਹਾਂ ਪਹਿਚਾਣਾਂਗੇ। ਉਹ ਆ ਕੇ ਕੀ ਕਰੇਗਾ, ਉਹਦੇ ਕੋਲ ਕਿਹੜੀ ਤਾਕਤ ਜਾਂ ਸ਼ਕਤੀਆਂ ਹੋਣਗੀਆਂ। ਕਲਗੀ ਅਵਤਾਰ ਨੂੰ ਸਰਵ ਸ਼ਕਤੀਮਾਨ ਪਰਮ ਪਿਤਾ ਪਰਮਾਤਮਾ ਮਤਲਬ ਸੁਪਰੀਮ ਆਲਮਾਈਟੀ ਅਥਾਰਟੀ ਦਾ ਅਵਤਾਰ ਕਹਿੰਦੇ ਹਨ। ਮਤਲਬ ਉਸ ਦੇ ਕੋਲ ਬੇਹੱਦ ਜਾਂ ਬੇਹੱਦ ਦੇ ਸੰਸਾਰ ਦਾ ਆਦ ਮੱਧ ਅਤੇ ਅੰਤ ਦਾ ਗਿਆਨ ਹੋਏਗਾ। ਬੇਹੱਦ ਦਾ ਸੰਸਾਰ ਕਿੰਨਾ ਵੱਡਾ ਹੈ। ਜਿੱਦਾਂ ਇੱਕ ਸੋਲਰ ਸਿਸਟਮ ਮਤਲਬ ਇੱਕ ਬ੍ਰਹਮੰਡ, ਗੈਲੈਕਸੀ ਮਤਲਬ ਮਹਾਬ੍ਰਹਮੰਡ, ਯੂਨੀਵਰਸ ਮਤਲਬ ਪਰਮ ਮਹਾਬ੍ਰਹਮੰਡ, ਮਲਟੀਵਰਸ। ਇਸ ਤਰ੍ਹਾਂ ਸਾਇੰਸ ਦੀ ਭਾਸ਼ਾ 'ਚ ਸ਼ਬਦ ਹਨ। ਇਸ ਤਰ੍ਹਾਂ ਦੇ ਸ਼ਬਦ ਸ਼ਾਸਤਰਾਂ ਵਿੱਚ ਵੀ ਅਨੰਤ ਕੋਟੀ ਬ੍ਰਹਮੰਡ ਹਨ। ਅਨੰਤ ਕੋਟੀ ਬ੍ਰਹਮੰਡ ਮਤਲਬ ਬੇਅੰਤ ਤਰ੍ਹਾਂ ਦੇ ਬ੍ਰਹਮੰਡ। ਅਨੰਤ ਕੋਟੀ ਬ੍ਰਹਮੰਡ ਕਿਸ ਨੂੰ ਕਹਿੰਦੇ ਹੈ
ਕਿਸ ਤਰ੍ਹਾਂ ਬਣਦੇ ਹਨ, ਇਸ ਦਾ ਸਾਰਾ ਗਿਆਨ ਉਸ ਦੇ ਕੋਲ ਹੁੰਦਾ ਹੈ। ਮਲਟੀਵਰਸ ਦੇ ਉੱਪਰ ਦੀ ਵੀ ਦੁਨੀਆ ਮਤਲਬ ਬੇਹੱਦ ਦੀ ਕਲਾ ਦਾ ਬ੍ਰਹਮੰਡ ਕਿਸ ਨੂੰ ਕਹਿੰਦੇ ਹਨ। ਬੇਹੱਦ ਦੀ ਕਲਾ ਦੇ ਬ੍ਰਹਮੰਡ 'ਤੇ ਕੌਣ ਰਹਿੰਦਾ ਹੈ ਅਤੇ ਕੀ ਹੁੰਦਾ ਹੈ, ਇਹ ਕਿਸ ਤਰ੍ਹਾਂ ਬਣਦਾ ਹੈ, ਕਿਉਂਕਿ ਉਹ ਆਲਮਾਈਟੀ ਅਥਾਰਟੀ ਮਤਲਬ ਸਰਵ ਸ਼ਕਤੀਮਾਨ ਪਰਮ ਪਿਤਾ ਪਰਮਾਤਮਾ ਹੈ। ਉਹ ਬੇਹੱਦ ਦੀ ਕਲਾ ਦਾ ਕ੍ਰੀਏਟਰ ਯਾਨੀ ਰਚਨਾ ਕਰਨ ਵਾਲਾ ਰਚਨਾਕਾਰ ਹੈ, ਅਲਟੀਮੇਟ ਹੈ, ਸੁਪਰੀਮ ਹੈ। ਇਸ ਤੋਂ ਵੱਡਾ ਹੋਰ ਕੋਈ ਨਹੀਂ ਹੈ। ਉਹ ਆਪਣੀ ਮਰਜ਼ੀ ਨਾਲ ਆਉਂਦਾ ਹੈ ਤੇ ਉਸ ਦੇ ਅੰਦਰ ਬੇਹੱਦ ਦੇ ਵਿਸ਼ਵ ਜਾਂ ਸੰਸਾਰ ਦੀ ਰਿਕਾਰਡਿੰਗ ਹੁੰਦੀ ਹੈ। ਉਹ ਰਿਕਾਰਡਿੰਗ ਉਹ ਆਪਣੇ ਅੰਦਰ ਇਮਰਜ ਜਾਂ ਧਾਰਨ ਕਰਦਾ ਹੈ। ਵੇਖਣ 'ਤੇ ਸਧਾਰਨ ਮਨੁੱਖ ਲੱਗਦਾ ਹੈ, ਉਸ ਨੂੰ ਗਿਆਨ ਦੇ ਰਾਹੀਂ ਹੀ ਪਹਿਚਾਣਿਆ ਜਾ ਸਕਦਾ ਹੈ। ਹਿੰਦੂ ਲੋਕ ਜਾਂ ਸਮੁੱਚੀ ਲੋਕਾਈ ਉਸ ਨੂੰ ਉਡੀਕ ਰਹੀ ਹੈ ਕਿ ਕਲਕੀ ਅਵਤਾਰ ਹਜੇ ਆਏਗਾ, ਪਰ ਉਸ ਨੂੰ ਸਿਰਫ ਗਿਆਨ ਦੇ ਨਾਲ ਹੀ ਪਹਿਚਾਣਿਆ ਜਾ ਸਕਦਾ ਹੈ। ਸ਼੍ਰੀ ਕ੍ਰਿਸ਼ਨ ਨੇ ਗੀਤਾ 'ਚ ਵੀ ਕਿਹਾ ਹੈ ਕਿ ਤੁਸੀਂ ਮੈਨੂੰ ਗਿਆਨ ਨਾਲ ਹੀ ਜਾਣ ਸਕਦੇ ਹੋ, ਜਪ ਤਪ ਧਿਆਨ ਯੋਗ ਨਾਲ ਮੈਨੂੰ ਨਹੀਂ ਜਾਣ ਸਕਦੇ। ਸਿਰਫ ਗਿਆਨ ਨਾਲ ਹੀ ਮੈਨੂੰ ਜਾਣਿਆ ਜਾ ਸਕਦਾ ਹੈ ਤੇ ਗਿਆਨੀ ਆਤਮਾ ਹੀ ਮੈਨੂੰ ਖਾਸ ਪਿਆਰੀ ਹੈ। ਅੱਜ ਜੋ ਸਮਾਂ ਚੱਲ ਰਿਹਾ ਹੈ ਉਸ ਵਿੱਚ ਦੁਨਿਆਵੀ ਪੜ੍ਹਾਈ ਨੂੰ ਲੋਕ ਕਿੰਨੀ ਮਹੱਤਵਪੂਰਨ ਸਮਝਦੇ ਹਨ, ਪਰ ਜਿਹੜੀ ਅਲੌਕਿਕ ਪੜ੍ਹਾਈ, ਅਲੌਕਿਕ ਤੋਂ ਵੀ ਪਾਰਲੌਕਿਕ ਪੜ੍ਹਾਈ, ਬੇਹੱਦ ਦੇ ਵਿਸ਼ਵ ਦੀ ਪੜ੍ਹਾਈ ਮਤਲਬ ਬੇਹੱਦ ਜਾਂ ਬੇਅੰਤ ਦਾ ਸੰਸਾਰ ਕਿਉਂ ਬਣਿਆ, ਕਿਸ ਤਰ੍ਹਾਂ ਬਣਿਆ, ਕਿਨ ਬਣਾਇਆ ਤੇ ਬ੍ਰਹਮੰਡ ਦੀ ਰਚਨਾ ਕਰਨ ਵਾਲਾ ਸ਼ਿਵ, ਮਹਾਬ੍ਰਹਮੰਡ ਦਾ ਮਹਾਸ਼ਿਵ, ਪਰਮ ਮਹਾਬ੍ਰਹਮੰਡ ਦਾ ਪਰਮ ਮਹਾਸ਼ਿਵ, ਵਿਸ਼ਨੂੰ ਮਹਾਵਿਸ਼ਨੂੰ, ਪਰਮ ਮਹਾਵਿਸ਼ਨੂੰ, ਬ੍ਰਹਮਾ ਮਹਾਬ੍ਰਹਮਾ ਆਦਿ ਸ਼ਕਤੀ ਮਹਾਸ਼ਕਤੀ, ਪਰਮ ਮਹਾਸ਼ਕਤੀ ਕਿਸ ਤਰ੍ਹਾਂ ਸਭ ਦੀ ਰਚਨਾ ਹੋਈ ਹੈ। ਇਹ ਸਭ ਵੀਡੀਓਜ਼ ਦੇਖਣ ਅਤੇ ਸਮਝਣ ਲਈ ਬਣਾਏ ਹੋਏ ਹਨ। ਉਸ ਦੇ ਕੋਲ ਹਰ ਚੀਜ਼ ਦਾ, ਸਭ ਕੁਛ ਦਾ ਨੌਲੇਜ ਮਤਲਬ ਗਿਆਨ, ਬੇਹੱਦ ਦੇ ਸੰਸਾਰ ਦਾ ਪੂਰਾ ਗਿਆਨ ਹੁੰਦਾ ਹੈ। ਸਮੇਂ ਦਾ ਵੀ ਗਿਆਨ ਹੁੰਦਾ ਹੈ। ਜਿਸ ਤਰ੍ਹਾਂ ਇੱਕ ਬ੍ਰਹਮੰਡ ਦੀ ਉਮਰ ਬ੍ਰਹਮਾ ਦਾ 100 ਸਾਲ ਹੈ ਤੇ ਬ੍ਰਹਮਾ ਦਾ ਇੱਕ ਦਿਨ ਬਰਾਬਰ ਧਰਤੀ ਤੇ 1004 ਯੁੱਗ ਮਤਲਬ ਸਤਯੁਗ, ਤ੍ਰੇਤਾ, ਦੁਆਪਰ, ਕਲਯੁਗ। ਇਹਨਾਂ ਚਾਰਾਂ ਯੁਗਾਂ ਦਾ ਟੋਟਲ ਸਮਾਂ 43,20,000 ਸਾਲ ਹੈ। ਕਲਯੁਗ ਦਾ ਸਮਾਂ 4,32,000 ਸਾਲ ਹੈ। ਇਸ ਤੋਂ ਦੁੱਗਣਾ ਸਮਾਂ ਦੁਆਪਰ, ਇਸ ਤੋਂ 3 ਗੁਣਾ ਤ੍ਰੇਤਾ, ਇਸ ਤੋਂ 4 ਗੁਣਾ ਸਤਯੁਗ। ਧਰਤੀ ਤੇ 1004 ਯੁੱਗ ਯਾਨੀ ਚਤੁਰਯੁਗ ਹੁੰਦੇ ਹਨ। ਚਤੁਰਯੁਗ ਨੂੰ 14 ਮਨਵੰਤਰ ਕਹਿੰਦੇ ਹਨ। ਇੱਕ ਮਨਵੰਤਰ 71 ਯੁਗਾਂਤਰ ਹੁੰਦੇ ਹਨ। 4 ਯੁਗਾਂ ਨੂੰ ਯੁਗਾਂਤਰ ਕਹਿੰਦੇ ਹਨ ਤੇ ਅਰਧ ਪਰਲੇ, ਪਰਲੇ, ਕਲਪ ਪਰਲੇ, ਮਹਾਕਲਪ ਪਰਲੇ ਸਮੇਂ ਦੇ ਹਿਸਾਬ ਨਾਲ ਕਿਉਂ ਹੁੰਦੇ ਹਨ। ਹਰ ਬ੍ਰਹਮੰਡ ਤੇ ਭੂਲੋਕ ਮਤਲਬ ਧਰਤੀ ਲੋਕ ਤੋਂ ਉੱਪਰ 7 ਲੋਕ ਹੁੰਦੇ ਹਨ। ਭੂਲੋਕ ਤੋਂ ਉੱਪਰ ਭੂਵਰਲੋਕ, ਫਿਰ ਸਵਲੋਕ, ਮਹਿਲੋਕ, ਤਪਲੋਕ, ਬ੍ਰਹਮਾਪੁਰੀ, ਵਿਸ਼ਨੂਪੁਰੀ, ਸ਼ਿਵਪੁਰੀ ਤੇ ਪਰਮਧਾਮ। ਇਸੇ ਤਰ੍ਹਾਂ ਧਰਤੀ ਲੋਕ ਤੋਂ ਨੀਚੇ 7 ਪਤਾਲ ਲੋਕ ਹੁੰਦੇ ਹਨ। ਇਹ ਗਿਆਨ ਹਰ ਇੱਕ ਬ੍ਰਹਮੰਡ ਦਾ ਗਿਆਨ ਹੈ। ਮਹਾਬ੍ਰਹਮੰਡ ਦਾ ਮਤਲਬ ਗੈਲੈਕਸੀ, ਗੈਲੈਕਸੀ ਦਾ ਮਤਲਬ ਆਕਾਸ਼ ਗੰਗਾ ਦਾ ਗਿਆਨ। ਉਸ ਨੂੰ ਹਰ ਇੱਕ ਕ੍ਰੀਏਟਰ ਯਾਨੀ ਰਚਨਾਕਾਰ ਦਾ ਗਿਆਨ ਅਤੇ ਬੇਹੱਦ ਦੇ ਸੰਸਾਰ ਦਾ ਸਾਰਾ ਗਿਆਨ ਹੁੰਦਾ ਹੈ। ਇਸ ਕਰਕੇ ਉਹ ਬੇਹੱਦ ਦੇ ਵਿਸ਼ਵ ਦਾ ਬਦਲਾਵ ਯਾਨੀ ਪਰਿਵਰਤਨ ਕਰੇਗਾ। ਉਹ ਐਸਾ ਸੰਸਾਰ ਬਣਾਏਗਾ, ਪੂਰੇ ਮਲਟੀਵਰਸ ਨੂੰ ਬਦਲੇਗਾ, ਪੂਰੇ ਬੇਹੱਦ ਦੇ ਸੰਸਾਰ ਨੂੰ ਬਦਲੇਗਾ। ਉਹ ਬੇਹੱਦ ਦੇ ਸੰਸਾਰ ਨੂੰ ਆਬਜ਼ਰਵ ਯਾਨੀ ਜਾਣਨ ਅਤੇ ਸਮਝਣ ਲਈ ਆਇਆ ਹੈ। ਉਹ ਬੇਹੱਦ ਦਾ ਆਲਮਾਈਟੀ ਅਥਾਰਟੀ ਮਤਲਬ ਸਰਵ ਸ਼ਕਤੀਮਾਨ ਪਰਮ ਪਿਤਾ ਪਰਮਾਤਮਾ ਦਾ ਅਵਤਾਰ ਹੈ। ਉਹ ਇੱਕ ਬ੍ਰਹਮੰਡ ਦਾ ਨਹੀਂ, ਮਹਾਬ੍ਰਹਮੰਡ ਮਤਲਬ ਗੈਲੈਕਸੀ ਦਾ ਨਹੀਂ, ਯੂਨੀਵਰਸ ਮਲਟੀਵਰਸ ਦਾ ਵੀ ਨਹੀਂ। ਬੇਹੱਦ ਮਤਲਬ ਬੇਅੰਤ ਦੇ ਸੰਸਾਰ ਦਾ ਅਵਤਾਰ ਹੈ। ਉਹ ਅਲਟੀਮੇਟ ਆਲਮਾਈਟੀ ਹੈ, ਸੁਪਰੀਮ ਹੈ। ਮਤਲਬ ਬੇਹੱਦ ਦੇ ਵਿਸ਼ਵ ਦਾ ਸਰਵ ਸ਼ਕਤੀਮਾਨ ਪਰਮ ਪਿਤਾ ਪਰਮਾਤਮਾ ਹੈ।
ਤੁਸੀਂ ਉਸ ਨੂੰ ਗਿਆਨ ਦੇ ਰਾਹੀਂ ਹੀ ਜਾਣ ਸਕਦੇ ਹੋ। ਉਸ ਦੇ ਕੋਲ ਗਿਆਨ ਹੈ, ਯੋਗ ਦੀਆਂ ਸ਼ਕਤੀਆਂ ਹਨ ਤੇ ਖਾਸ ਆਤਮਾਵਾਂ ਜਿਨ੍ਹਾਂ ਨੂੰ ਅਸੀਂ ਬੇਹੱਦ ਦੀਆਂ ਆਤਮਾਵਾਂ ਕਹਿੰਦੇ ਹਨ, ਜੋ ਕਿ 108, 1008, 16000 ਅਤੇ 9 ਲੱਖ ਹਨ। ਇਹਨਾਂ ਵਿੱਚੋਂ ਸਿਰਫ 108 ਤੇ 1008 ਬੇਹੱਦ ਦੀ ਪੂਰੀ ਕਲਾ ਜਾਨੀ ਸੰਪੂਰਨ ਪੂਰੀ ਪਾਵਰ ਵਾਲੀਆਂ ਆਤਮਾਵਾਂ ਹਨ। ਇਹਨਾਂ ਨੂੰ ਉਹ ਆਲਮਾਈਟੀ ਅਥਾਰਟੀ ਲੱਭ ਰਿਹਾ ਹੈ ਤੇ ਇਹਨਾਂ ਨੂੰ ਲੱਭ ਕੇ 108 ਅਤੇ 1008 ਨੂੰ ਲੱਭ ਕੇ ਬੇਹੱਦ ਦੇ ਵਿਸ਼ਵ ਦਾ ਆਦ ਮੱਧ ਅਤੇ ਅੰਤ ਦਾ ਗਿਆਨ ਦੇ ਕੇ ਯੋਗ ਸ਼ਕਤੀ ਦੇ ਰਾਹੀਂ ਪੂਰੀ ਸ੍ਰਿਸ਼ਟੀ ਦਾ ਪਰਿਵਰਤਨ ਜਾਨੀ ਬਦਲਾਅ ਕਰੇਗਾ। ਉਹ ਤੱਤਾਂ ਦਾ ਪਰਮ ਤੱਤਾਂ 'ਚ ਬਦਲਾਅ ਕਰੇਗਾ। ਇਸ ਮਾਤ ਲੋਕ ਨੂੰ ਅਮਰ ਲੋਕ ਮਤਲਬ ਮਰਨ ਤੋਂ ਪਰੇ ਦਾ ਲੋਕ ਬਣਾਏਗਾ। ਜਿੰਨੇ ਵੀ ਇਸ ਤਰ੍ਹਾਂ ਦੇ ਸੋਲਰ ਸਿਸਟਮ ਮਤਲਬ ਬ੍ਰਹਿਮੰਡ, ਗੈਲੈਕਸੀ, ਯੂਨੀਵਰਸ, ਮਲਟੀਵਰਸ ਇੰਨੇ ਚੰਗੇ ਬਣਾਏਗਾ। ਹਮੇਸ਼ਾ ਲਈ ਪਰਮ ਸੁਖਦਾਇਕ ਬੇਹੱਦ ਦੇ ਨਾਸ ਨਾ ਹੋਣ ਵਾਲੇ ਅਵਿਨਾਸੀ ਅਮਰ ਲੋਕ ਬਣ ਜਾਣਗੇ। ਇਹ ਸਭ ਅਰਧ ਪਰਲੈ, ਪਰਲੈ, ਕਲਪ ਪਰਲੈ, ਮਹਾਕਲਪ ਪਰਲੈ ਹਮੇਸ਼ਾ ਲਈ ਖਤਮ ਹੋ ਜਾਣਗੇ, ਫਿਰ ਕਦੀ ਵੀ ਨਹੀਂ ਹੋਣਗੇ। ਉਹ ਹਮੇਸ਼ਾ ਲਈ ਅਵਿਨਾਸੀ ਮਤਲਬ ਨਾਸ ਤੋਂ ਰਹਿਤ ਪਰਮ ਧਾਮ ਬਣਾਏਗਾ, ਅਵਿਨਾਸੀ ਅਮਰ ਲੋਕ ਬਣਾਏਗਾ ਅਤੇ ਅਵਿਨਾਸੀ ਪਰਮ ਗਿਆਨ ਦੇਗਾ। ਬੇਹੱਦ ਦਾ ਅਵਿਨਾਸੀ ਪਰਮ ਗਿਆਨ ਦੇਗਾ ਤੇ ਉਸ ਨੂੰ ਸਿਰਫ ਜਿਸ ਤਰ੍ਹਾਂ ਗੀਤਾ 'ਚ ਕਿਹਾ ਗਿਆ ਹੈ ਕਿ ਗਿਆਨ ਨਾਲ ਹੀ ਜਾਣ ਸਕਦੇ ਹਨ, ਇੱਥੇ ਸਿਰਫ ਗਿਆਨ ਦਾ ਹੀ ਸਬਜੈਕਟ ਯਾਨੀ ਵਿਸ਼ਾ ਹੈ ਤੇ ਗਿਆਨ ਦੇ ਰਾਹੀਂ ਬੇਹੱਦ ਦੀ ਆਤਮਾਵਾਂ ਗਿਆਨ ਦਾ ਹੀ ਰੂਪ ਬਣ ਕੇ ਆਤਮ ਸਰੂਪ ਮਤਲਬ ਆਪਣੀ ਆਤਮਾ ਨੂੰ ਜਾਣਨਾ ਜਾਨੀ ਆਤਮਾ ਹੀ ਬਣ ਕੇ ਸਵ ਪਰਿਵਰਤਨ ਮਤਲਬ ਆਪਣੀ ਕਮੀਆਂ ਨੂੰ ਸੁਧਾਰਨ ਵਾਲੀ ਬਣ ਕੇ ਅਤੇ ਇਹਨਾਂ ਹੀ ਭਾਵਾਂ ਵਿੱਚ ਹਮੇਸ਼ਾ ਰਹਿਣ ਵਾਲੀਆਂ ਆਤਮਾਵਾਂ ਬਣ ਕੇ ਵਿਸ਼ਵ ਦਾ ਪਰਿਵਰਤਨ ਜਾਂ ਬਦਲਾਵ ਕਰਨਗੀਆਂ। ਪੂਰਾ ਗਿਆਨ ਉਹ ਦੇਗਾ। ਇਸ ਕਰਕੇ ਕਲਕੀ ਅਵਤਾਰ ਦੀ ਗੱਲ ਵਾਤਾਵਰਣ 'ਚ ਫੈਲ ਰਹੀ ਹੈ। ਕਲਕੀ ਅਵਤਾਰ ਨੂੰ ਸਭ ਲੱਭ ਰਹੇ ਹਨ, ਹਿੰਦੂ ਲੋਕੀ ਲੱਭ ਰਹੇ ਹਨ। ਇਸੇ ਤਰ੍ਹਾਂ ਅਲੱਗ-ਅਲੱਗ ਧਰਮ ਦੇ ਸਾਰੇ ਹਿੰਦੂ, ਮੁਸਲਮਾਨ, ਕ੍ਰਿਸਚਨ ਮਤਲਬ ਈਸਾਈ ਸਭ ਆਪਣੇ ਆਪਣੇ ਅਵਤਾਰਾਂ ਦੀ ਗੱਲਾਂ ਕਰ ਰਹੇ ਹਨ। ਪਰ ਇੱਥੇ ਗਿਆਨ, ਯੋਗ, ਸ਼ਕਤੀ ਨਾਲ ਹੀ ਸਭ ਕੁਝ ਦਾ ਬਦਲਾਵ ਹੋਏਗਾ। 5 ਤੱਤਾਂ ਦਾ ਪਰਮ ਤੱਤਾਂ ਦੇ ਵਿੱਚ ਪਰਿਵਰਤਨ ਹੋਣਾ ਹੈ। ਪੂਰੇ ਬੇਹੱਦ ਦੇ ਸੰਸਾਰ ਦਾ ਬਦਲਾਅ ਹੋਣਾ ਹੈ। ਕਲਕੀ ਅਵਤਾਰ ਨੂੰ ਬੇਹੱਦ ਦੇ ਆਲਮਾਈਟੀ ਅਥਾਰਟੀ ਨੂੰ ਸਿਰਫ ਗਿਆਨ ਨਾਲ ਹੀ ਜਾਣਿਆ ਜਾ ਸਕਦਾ ਹੈ। ਇਸ ਕਰਕੇ ਗਿਆਨ ਨੂੰ ਸੁਣੋ, ਗਿਆਨ ਨੂੰ ਪਹਿਚਾਣੋ, ਆਪ ਨੂੰ ਜਾਣੋ ਅਤੇ ਆਤਮਾ ਸਰੂਪ ਬਣੋ। ਅਖੀਰ 'ਚ ਤੇ ਸਭ ਜਾਣਨਗੇ। ਬੇਹੱਦ ਦੇ ਸੰਸਾਰ ਦੇ ਅਖੀਰ 'ਚ ਤੇ ਹਰ ਕੋਈ ਆਤਮਾ ਪਰਮਾਤਮਾ ਦੇ ਪ੍ਰਗਟ ਹੋਣ ਤੇ ਜਾਣੇਗੀ। ਪਰ ਗਿਆਨ ਤੋਂ ਜਾਣਨ ਵਾਲੀਆਂ ਗਿਆਨੀ ਆਤਮਾਵਾਂ ਮੈਨੂੰ ਖਾਸ ਪਿਆਰੀ ਹੈ। ਇਸ ਤਰ੍ਹਾਂ ਗੀਤਾ ਵਿੱਚ ਸ਼੍ਰੀ ਕ੍ਰਿਸ਼ਨ ਨੇ ਕਿਹਾ ਹੈ। ਇਸ ਲਈ ਗਿਆਨ ਤੋਂ ਜਾਣਨ ਵਾਲੀਆਂ ਹਾਈ ਕੁਆਲਿਟੀ ਮਤਲਬ ਉੱਚੇ ਗੁਣਾਂ ਵਾਲੀਆਂ ਪਰ ਆਤਮਾਵਾਂ ਗਿਆਨ ਦੇ ਰਾਹੀਂ ਜਾਣਨਗੀਆਂ ਅਤੇ ਸਵ ਪਰਿਵਰਤਨ ਕਰਕੇ ਵਿਸ਼ਵ ਪਰਿਵਰਤਨ ਕਰਨਗੀਆਂ। ਜਿਸ ਤਰ੍ਹਾਂ ਕਿ ਬ੍ਰਹਮਾ ਕੁਮਾਰੀ ਵਾਲੇ ਕਹਿੰਦੇ ਹਨ ਕਿ ਬੇਹੱਦ ਦਾ ਬਾਪ ਬੇਹੱਦ ਦੇ ਬੱਚਿਆਂ ਨਾਲ ਬੇਹੱਦ ਦੀਆਂ ਗੱਲਾਂ ਕਰਦਾ ਹੈ ਤੇ ਬੇਹੱਦ ਦਾ ਬਾਪ ਆਇਆ ਹੋਇਆ ਹੈ। ਸਭ ਕਹਿੰਦੇ ਹਨ ਕਿ ਬੀਕੇ ਵਾਲੇ ਜਾਣਦੇ ਹਨ, ਪਰ ਉਹਨਾਂ ਨੇ ਸ਼ਿਵ ਬਾਬਾ ਨੂੰ ਇੱਕ ਬ੍ਰਹਮੰਡ ਦਾ ਕ੍ਰੀਏਟਰ ਮਤਲਬ ਰਚਨਾਕਾਰ ਸ਼ਿਵ ਬਾਬਾ ਹੈ। ਉਹਨਾਂ ਨੇ ਨਿਰਾਕਾਰ ਸ਼ਿਵ ਬਾਬਾ ਨੂੰ ਸਭ ਕੁਝ ਬੇਹੱਦ ਦਾ ਬਾਪ ਮੰਨ ਲਿਆ ਹੈ, ਇਸ ਲਈ ਗਲਤੀ ਕਰ ਦਿੱਤੀ ਹੈ। ਆਲਮਾਈਟੀ ਅਥਾਰਟੀ ਮਤਲਬ ਸਰਵ ਸ਼ਕਤੀਮਾਨ ਪਰਮ ਪਿਤਾ ਨੂੰ ਇਹਨਾਂ ਨੇ ਸ਼ਿਵ ਬਾਬਾ ਕਹਿ ਦਿੱਤਾ, ਇਸ ਲਈ ਗਿਆਨ ਤੇ ਅੱਗੇ ਨਹੀਂ ਵੱਧ ਸਕੇ। ਇਸ ਲਈ ਇਹ ਬੇਹੱਦ ਦਾ ਬਾਪ ਉਹਨਾਂ ਦੀ ਹਰ ਬਾਣੀਆਂ ਮਤਲਬ ਮਹਾਵਾਕਾਂ ਵਿੱਚ ਗਿਆਨ ਦਿੰਦਾ ਹੈ, ਕਿਉਂਕਿ ਗੋਡ ਰੇਜ਼ ਮਤਲਬ ਪਰਮਾਤਮਾ ਦੇ ਹੁਕਮ ਨਾਲ ਬਾਣੀ ਚੱਲਦੀ ਹੈ। ਇਸ ਕਰਕੇ ਬੇਹੱਦ ਦਾ ਬਾਪ ਬੇਹੱਦ ਦੇ ਬੱਚਿਆਂ ਨਾਲ ਬੇਹੱਦ ਦੀਆਂ ਗੱਲਾਂ ਕਰਦਾ ਹੈ। ਇਹ ਵਾਕ ਮਤਲਬ ਸ਼ਬਦ ਹੀ ਬ੍ਰਹਮਾ ਕੁਮਾਰੀ ਵਾਲੇ ਭੁੱਲ ਗਏ ਹਨ, ਇਸ ਲਈ ਉਹ ਵੀ ਆਲਮਾਈਟੀ ਨੂੰ ਜਾਣ ਨਹੀਂ ਸਕੇ। ਨਿਰਾਕਾਰ ਨਿਰਾਕਾਰ ਰੱਟਦੇ ਰਹੇ।
ਸਾਕਾਰ ਮਤਲਬ 5 ਤੱਤਾਂ ਵਿੱਚ ਆਇਆ ਹੋਇਆ ਹੈ। ਇਸ ਤਰ੍ਹਾਂ ਕਈ ਵਾਰ ਕਿਹਾ ਗਿਆ ਹੈ, ਮੈਂ ਖੁਦ ਆ ਕੇ ਪੜ੍ਹਾਉਂਦਾ ਹਾਂ। ਖੁਦ ਆ ਕੇ ਇਸ ਤਰ੍ਹਾਂ ਬੇਹੱਦ ਦਾ ਬਾਪ ਖੁਦ ਆਉਂਦਾ ਹੈ। ਬੇਹੱਦ ਦੇ ਬੱਚੇ, ਪਰ ਜੇਕਰ ਬੇਹੱਦ ਦੇ ਬੱਚੇ ਨਹੀਂ ਹਨ ਤੇ ਨਹੀਂ ਜਾਣ ਸਕਦੇ ਤੇ BK PBK 'ਚ ਗਏ ਹਨ, ਉਹਨਾਂ ਨੂੰ ਤੇ ਪਤਾ ਹੈ ਕਿ ਅਹਿਮਦਾਬਾਦ ਸਾਰੇ ਕੇਂਦਰਾਂ ਦਾ ਬੀਜ ਰੂਪ ਮਤਲਬ ਮੂਲ ਰੂਪ ਹੈ। ਬੀਜ ਰੂਪ ਮਤਲਬ ਮੂਲ ਰੂਪ ਨਾਲ ਕਨੈਕਸ਼ਨ ਮਤਲਬ ਯੋਗ, ਤੇ ਬੇਹੱਦ ਮਤਲਬ ਬੇਅੰਤ ਦੇ ਵਿਸ਼ਵ ਦਾ ਬੀਜ ਰੂਪ ਕੌਣ ਹੈ ਤੇ ਬੇਹੱਦ ਦੇ ਸੰਸਾਰ ਦਾ ਗਿਆਨ ਉਸ ਦੇ ਕੋਲ ਹੋਏਗਾ। ਇਹ ਇਸ ਗੱਲ ਦਾ ਪ੍ਰੂਫ ਜਾਂ ਸਬੂਤ ਹੈ। ਬੇਹੱਦ ਦੇ ਵਿਸ਼ਵ ਦਾ ਗਿਆਨ ਦੇਗਾ, ਬੇਹੱਦ ਦੇ ਸੰਸਾਰ ਦਾ ਆਦ ਮੱਧ ਅਤੇ ਅੰਤ ਦਾ ਗਿਆਨ ਦੇਗਾ। BK ਵਾਲਿਆਂ ਨੇ ਬਾਣੀਆਂ 'ਚ ਐਡੀਟਿੰਗ ਮਤਲਬ ਸਭ ਕਾਂਟ ਛਾਂਟ ਕਰ ਦਿੱਤੀ ਹੈ, ਇਸ ਲਈ ਸਮਝ ਹੀ ਨਹੀਂ ਸਕੇ ਕਿ ਬੇਹੱਦ ਦਾ ਬਾਪ ਕੌਣ ਹੈ। ਬੇਹੱਦ ਦਾ ਬਾਪ ਆ ਕੇ ਤੁਹਾਨੂੰ ਬੇਹੱਦ ਦੇ ਵਿਸ਼ਵ ਦੀ ਪੜ੍ਹਾਈ ਪੜ੍ਹਾਉਂਦੇ ਹਨ। ਇਹ ਸ਼ਬਦ ਮਤਲਬ ਵਾਕ BK